आओ जो पातशाह दी पावन पवित्र बाणी अंदर भगत कबीर जी दे सलोकां दी अपनी लड़ीवार चल रही है विचार। अगे आरंभ करिए। अज दे पावन शब्दां द्वारा भगत कबीर जी सानू समझा रहे हैं। कबीर हर हीरा जन जौहरी लेकै मांडे हाट, जब ही पाई है पारखू तब हीरन की साट। भगत कबीर जी सानू समझा रहे हैं कि जिहड़े गुरमुख लोग हैं उन्हां नूं हरी दे जन कहा जांदा है ते ओह वपार काहदा करदे आ। ਉਹ ਆਪਣੇ ਜੀਵਨ ਦੇ ਅੰਦਰ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਟ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਇੱਥੇ ਹੁਣ ਸਮਝਾ ਰਹੇ ਹਨ ਕਿ ਜਿਹੜਾ ਮਾਲਕ ਹੈ ਉਹਦੇ ਨਾਮ ਨੂੰ ਹੀਰੇ ਦਾ ਨਾਮ ਦਿੱਤਾ ਗਿਆ। ਕਬੀਰ ਹਰ ਹੀਰਾ ਜਨ ਜੋਹਰੀ। ਜਿਹੜੇ ਹਰੀ ਜਨ ਹਨ, ਪਰਮਾਤਮਾ ਦੇ ਭਗਤ ਹਨ, ਉਹ ਹਨ ਉਹਦਾ ਵਪਾਰ ਕਰਨ ਵਾਲੇ ਜੌਹਰੀ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਇਹ ਵਪਾਰ ਨੂੰ ਵਣਜਿਆ। ਜਿਹੜਾ ਵਣਜ ਕਰਨ ਵਾਸਤੇ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ। ਉਹਨਾਂ ਨੇ ਆਪਣੀ ਸਵਾਸਾਂ ਦੀ ਇਹ ਵਡਮੁੱਲੀ ਪੂੰਜੀ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਕੇ ਹਰ ਕੇ ਨਾਮ ਕੇ ਵਪਾਰੀ ਬਣੇ। ਉਹਨਾਂ ਨੇ ਫਿਰ ਆਪਣੇ ਹਿਰਦੇ ਰੂਪੀ ਹੱਟੀ ਅੰਦਰ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਸ਼ਿੰਗਾਰ ਕੇ ਰੱਖਿਆ। ਜਿਵੇਂ ਬਾਹਰ ਆਪਾਂ ਦੁਨੀਆਦਾਰੀ 'ਚ ਵੇਖਦੇ ਹਾਂ, ਜਿਹੜੀਆਂ ਹੱਟੀਆਂ ਨੇ, ਦੁਕਾਨਾਂ ਨੇ, ਜਿਹੋ ਜੀ ਵੀ ਕਿਸੇ ਦੀ ਦੁਕਾਨ ਹੈ ਉਸ ਨੂੰ ਬੰਦਾ ਸਜਾ ਕੇ ਰੱਖਦਾ ਤਾਂ ਕਿ ਮੇਰਾ ਜਿਹੜਾ ਸਮਾਨ ਆ ਉਹ ਵੱਧ ਵਿਕੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਲੋਕ ਨੇ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਆਪਣੇ ਮਨ ਰੂਪੀ, ਆਪਣੇ ਹਿਰਦੇ ਰੂਪੀ ਹੱਟੀ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਸਜਾ ਕੇ ਰੱਖਿਆ ਹੁੰਦਾ। ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ। ਜਦੋਂ ਵੀ ਉਹਨਾਂ ਨੂੰ ਕੋਈ ਪਰਖ ਕਰਨ ਵਾਲੇ ਲੋਕ ਜਿਹੜੇ ਇਹਨਾਂ ਗੱਲਾਂ ਦਾ ਗਿਆਨ ਰੱਖਦੇ ਆ, ਵੈਸੇ ਤਾਂ ਸੰਸਾਰ ਦਾ ਜਿਹੜਾ ਧਿਆਨ ਆ, ਜਿਉਂ-ਜਿਉਂ ਕਲਯੁਗ ਦਾ ਪ੍ਰਭਾਵ ਵੱਧ ਰਿਹਾ, ਪਰਮੇਸ਼ਰ ਵੱਲੋਂ ਜੀਵ ਟੁੱਟਦੇ ਜਾ ਰਹੇ ਆ। ਪਰ ਜਿਹੜੇ ਗੁਰਮੁਖ ਲੋਕ ਆ ਉਹਨਾਂ ਨੂੰ ਜਦੋਂ ਕੋਈ ਪਰਖ ਕਰਨ ਵਾਲੇ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਲੋਕ, ਸਤਸੰਗੀ ਲੋਕ ਮਿਲਦੇ ਆ, ਉਹਨਾਂ ਨਾਲ ਬੈਠ ਕੇ ਫਿਰ ਪਰਮਾਤਮਾ ਦੇ ਇਹ ਵਣਜ ਦੀ ਸਾਂਝ ਪਾਉਂਦੇ ਆ, ਪਰਮਾਤਮਾ ਦੇ ਗੁਣਾਂ ਦੀ ਸਾਂਝ ਪਾਉਂਦੇ ਆ। ਇੱਕ ਪਾਸੇ ਇਹ ਲੋਕ ਨੇ, ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਇੱਧਰੋਂ ਤੱਕ ਨਾਰਾ ਕੀਤਾ ਹੋਇਆ ਸਿਰਫ ਸੰਸਾਰ ਦੀ ਜਿਹੜੀ ਖੇਡ ਆ ਉਹਦੇ ਅੰਦਰ ਇੰਨੇ ਮਸਤ ਹੋ ਗਏ, ਉਹ ਜਿੱਥੇ ਵੀ ਬਹਿੰਦੇ ਨੇ ਲੋਕਾਂ ਦੀ ਨਿੰਦਿਆ, ਲੋਕਾਂ ਦੀ ਚੁਗਲੀ, ਸੰਸਾਰ ਦੀਆਂ ਗੱਲਾਂ ਇਹ ਕਰ ਕਰਕੇ ਆਪਦੇ ਮਨ ਨੂੰ ਵੀ ਕਾਲਾ ਕਰਦੇ ਆ ਤੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਆ ਉਹਨਾਂ ਦੇ ਮਨ ਦੇ ਉੱਪਰ ਵੀ ਮੈਲ ਚੜਾ ਦਿੰਦੇ ਆ। ਜਿਹੜੇ ਗੁਰਮੁਖ ਲੋਕ ਆ ਉਹ ਫਿਰ ਇਹ ਵਣਜ ਕਰਦੇ ਆ। ਕਬੀਰ ਹਰ ਹੀਰਾ ਜਨ ਜੌਹਰੀ ਲੇਕੈ ਮਾਂਡੈ ਹਾਟ, ਜਬ ਹੀ ਪਾਈ ਹੈ ਪਾਰਖੂ ਤਬ ਹੀਰਨ ਕੀ ਸਾਟ। ਜਦੋਂ ਵੀ ਪਰਖ ਕਰਨ ਵਾਲੇ ਲੋਕ, ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਲੋਕ ਸਤ ਸੰਗਤ ਦੇ ਵਿੱਚ ਇਕੱਠੇ ਹੁੰਦੇ ਆ, ਉੱਥੇ ਉਹ ਫਿਰ ਪਰਮਾਤਮਾ ਦੇ ਗੁਣਾਂ ਦੀ ਸਾਂਝ ਪਾਉਂਦੇ ਆ। ਅਗਲੇ ਸ਼ਲੋਕ ਦੇ ਅੰਦਰ ਹੁਣ ਆਪਾਂ ਨੂੰ ਸਮਝਾ ਰਹੇ ਆ ਕਿ ਇਨਸਾਨ ਕਈ ਵਾਰ ਤੇਰੇ ਜੀਵਨ ਦੇ ਅੰਦਰ ਜਦੋਂ ਕੋਈ ਮੁਸ਼ਕਲ ਦਾ ਸਮਾਂ ਆਉਂਦਾ ਉਦੋਂ ਤੋਂ ਪਰਮਾਤਮਾ ਦੇ ਅੱਗੇ ਬਹੁਤ ਮਿੰਨਤਾਂ, ਜੋਦੜੀਆਂ, ਅਰਦਾਸਾਂ ਕਰਦਾ।
पर जदों समा तेरा बतीत हो जाता उदों बाद तेरा ध्यान फिर इस पासों घट जाता। इसे करके महाराज ने दुखों नूं दारू दा नाम दिता, जिहड़े सुख ने उन्हां नूं रोग कहता। क्योंकि दुख के समय साडा परमात्मा वाले पासे नूं ध्यान जाता, जदों सुखां दा साडे ते समा आउंदा उदों फिर इधरों साडा जिहड़ा मोह आ वो घटना शुरू हो जाता। जे किते भगत जी कहंदे जिवें काम दे समय परमात्मा नूं याद करदे हो, हर रोज उस परमात्मा नूं याद करो तां तुहाडे ते किड्डी वड्डी किरपा हो सकदी है। ਉਹ ਹੁਣ ਸਮਝਾ ਰਹੇ ਆ, ਕਹਿੰਦੇ ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੁ ਨਿਤ ਅਮਰਾਪੁਰ ਵਾਸਾ ਕਰਹੁ, ਹਰ ਗਿਆ ਬਹੋਰੈ ਬਿਤ। ਕਹਿੰਦੇ ਜਿਵੇਂ ਕੰਮ ਪੈਣ ਤੇ ਮੁਸ਼ਕਲ ਆਉਣ ਤੇ ਤੁਸੀਂ ਪਰਮਾਤਮਾ ਦਾ ਭਜਨ ਕਰਦੇ ਹੋ, ਉਹਨੂੰ ਯਾਦ ਕਰਦੇ ਹੋ, ਇਸੇ ਤਰ੍ਹਾਂ ਨਿਤ ਰੋਜ਼ ਮਹਾਰਾਜ ਦੀ ਜ਼ਿੰਦਗੀ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ। ਜੇ ਐਸੀ ਤੁਸੀਂ ਆਪਦੇ ਮਨ ਦੀ ਅਵਸਥਾ ਬਣਾ ਲੈਂਦੇ ਹੋ, ਤੁਹਾਡਾ ਅਮਰਪੁਰੀ ਜਿੱਥੇ ਜਾ ਕੇ ਜੀਵ ਅਮਰ ਹੋ ਜਾਂਦਾ, ਉਸ ਪੁਰੀ ਦੇ ਅੰਦਰ ਤੁਹਾਡਾ ਵਾਸਾ ਹੋ ਜਾਊਗਾ। ਅਮਰਾਪੁਰੀ ਦੇ ਅੰਦਰ ਵਾਸਾ ਹੋ ਜਾਊਗਾ। ਜਿਹੜਾ ਸੰਸਾਰ ਦੇ ਪਦਾਰਥਾਂ ਦੀ ਦੌੜ ਦੇ ਮਗਰ ਲੱਗ ਕੇ ਗੁਣਾਂ ਨੂੰ ਛੱਡ ਕੇ ਔਗੁਣਾਂ ਵਾਲੇ ਪਾਸੇ ਨੂੰ ਤੁਹਾਡਾ ਮਨ ਚਲਿਆ ਗਿਆ, ਅਸ਼ਾਂਤ ਰਹਿੰਦਾ, ਉਹ ਦੁਬਾਰਾ ਫੇਰ ਉਹਨਾਂ ਗੁਣਾਂ ਦਾ ਧਾਰਨੀ ਹੋ ਜਾਊਗਾ। ਜੋ ਤੁਹਾਡੇ ਮਨ ਦੀ ਸ਼ਾਂਤੀ ਗੁਆਚੀ ਹੋਈ ਆ, ਉਹ ਤੁਹਾਨੂੰ ਦੁਬਾਰੇ ਪ੍ਰਾਪਤ ਹੋ ਜਾਊਗੀ। ਅੱਗੇ ਸਮਝਾ ਰਹੇ ਆ, ਕਿਸੇ ਨੇ ਬੇਨਤੀ ਕੀਤੀ, ਕਹਿੰਦੇ ਭਗਤ ਜੀ ਕਿਰਪਾ ਕਰਕੇ ਸਮਝਾਓ ਸੇਵਾ ਕਿਹਦੀ ਕੀਤੀ ਜਾਵੇ। ਭਗਤ ਜੀ ਸਮਝਾ ਰਹੇ ਆ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਭਗਤ ਕਬੀਰ ਜੀ ਕਹਿੰਦੇ ਜੀ ਸੇਵਾ ਕਰਨ ਨੂੰ ਫਿਰ ਖਿਆਲ ਰੱਖਿਓ, ਇੱਕ ਤਾਂ ਉਸ ਮਾਲਕ ਦੀ ਸੇਵਾ ਕਰਿਆ ਕਰੋ, ਇੱਕ ਫਿਰ ਜਿਹੜੇ ਜੀਵ ਉਸ ਮਾਲਕ ਪਰਮਾਤਮਾ ਦੇ ਨਾਲ ਸਾਨੂੰ ਜੋੜਦੇ ਆ, ਜਿਨ੍ਹਾਂ ਨੂੰ ਸੰਤ ਭਗਤ ਗੁਰਮੁਖ ਕਿਹਾ ਜਾਂਦਾ, ਉਹਨਾਂ ਦੀ ਸੇਵਾ ਕਰਿਆ ਕਰੋ। ਕਿਉਂਕਿ ਜੇ ਪਰਮਾਤਮਾ ਦੀ ਸੇਵਾ ਕਰਦੇ ਆ, ਉਹ ਸਾਨੂੰ ਮੁਕਤੀ ਦਾ ਦਰ ਦਿੰਦਾ। ਪਰ ਇੱਥੇ ਪਹੁੰਚਣ ਵਾਸਤੇ ਜਿਹੜੇ ਸੰਤ ਲੋਕ ਆ, ਉਹ ਸਾਨੂੰ ਪਰਮੇਸ਼ਰ ਦਾ ਨਾਮ ਜਪਾਉਂਦੇ ਆ। ਇਸ ਕਰਕੇ ਇਹਨਾਂ ਦੋਨਾਂ ਦੀ ਸੇਵਾ ਸੰਸਾਰ ਦੇ ਅੰਦਰ ਸਾਰਿਆਂ ਤੋਂ ਉੱਤਮ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਸਾਧੂ ਜਨਾਂ ਨੇ ਗੁਰਮੁਖਾਂ ਨੇ ਸਾਨੂੰ ਨਾਮ ਜਪਾਉਣਾ ਹੁੰਦਾ। ਜਿਹੜਾ ਨਾਮ ਜਪਣ ਦੇ ਨਾਲ ਸਾਡੇ ਮਾਲਕ ਨੇ ਸਾਨੂੰ ਮੁਕਤੀ ਦਾ ਜਿਹੜਾ ਦਰਵਾਜ਼ਾ ਉਹ ਦੇਣਾ ਹੁੰਦਾ। ਇਸ ਕਰਕੇ ਆਪਦੇ ਜੀਵਨ ਕਾਲ ਦੌਰਾਨ ਪਰਮਾਤਮਾ ਦੀ ਤੇ ਉਹਦਾ ਨਾਮ ਜਪਾਉਣ ਵਾਲਿਆਂ ਦੀ ਭਗਤ ਜੀ ਕਹਿੰਦੇ ਸਾਨੂੰ ਸੇਵਾ ਕਰਨ ਦੀ ਲੋੜ ਹੈ। ਕਿਸੇ ਨੇ ਬੇਨਤੀ ਕਰਤੀ, ਕਹਿੰਦੇ ਜੀ ਫਿਰ ਹੁਣ ਪਰਖਣਾ ਬੜਾ ਔਖਾ। ਸੰਸਾਰ ਦੇ ਅੰਦਰ ਬਹੁਤ ਸਾਰਾ ਵਿਦਵਾਨ ਲੋਕ ਨੇ, ਪੰਡਤ ਲੋਕ ਨੇ, ਤੇ ਉਹਨਾਂ ਦੇ ਕੋਲੇ ਤਾਂ ਬਹੁਤ ਭੀੜਾਂ ਨੇ। ਜਿਹੜੇ ਨਾਮ ਜਪਾਉਣ ਵਾਲੇ ਲੋਕ ਆ, ਉਹਨਾਂ ਕੋਲੇ ਘੱਟ ਭੀੜ ਆ। ਭਗਤ ਜੀ ਨੂੰ ਬੇਨਤੀ ਕੀਤੀ, ਕਹਿੰਦੇ ਜੀ ਤੁਹਾਡੇ ਕੋਲੇ ਤਾਂ ਬਹੁਤ ਥੋੜੀ ਸੰਗਤ ਆਉਂਦੀ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹਨਾਂ ਪੰਡਤਾਂ ਕੋਲੇ, ਵਿਦਵਾਨਾਂ ਕੋਲੇ ਬਹੁਤ ਭੀੜਾਂ। ਜਿਵੇਂ ਅੱਜ ਵੀ ਆਪਾਂ ਵੇਖ ਰਹੇ ਹਾਂ, ਜਿੱਥੇ ਸੱਚ ਦਾ ਮਾਰਗ ਹੈ ਉੱਥੇ ਤਾਂ ਗਿਣਤੀ ਦੇ ਲੋਕ ਇਕੱਠੇ ਹੋਣਗੇ। ਜਿੱਥੇ ਪਖੰਡ ਦਾ ਦੌਰ ਹੋਵੇਗਾ ਉੱਥੇ ਬਹੁਤ ਸਾਰੀਆਂ ਭੀੜਾਂ ਹੋਣਗੀਆਂ। ਕਿਉਂਕਿ ਅਗਿਆਨਤਾ ਦੇ ਹਨੇਰੇ ਜੀਵ ਆਪਣੀ ਜ਼ਿੰਦਗੀ ਜਿਉ ਰਹੇ ਆ। ਜਿੱਥੇ ਪਖੰਡ ਦਾ ਦੌਰ ਹੈ ਉੱਥੇ ਨੂੰ ਬੜੀਆਂ ਭੀੜਾਂ। ਅੱਜ ਵੀ ਸਾਨੂੰ ਕੋਈ ਕਹਿ ਦੇਵੇ ਕਿ ਇਸ ਜਗ੍ਹਾ ਚਲੇ ਜਾਓ ਜੀ, ਤੁਹਾਡੇ ਮਨ ਦੇ ਅੰਦਰ ਸ਼ਾਂਤੀ ਆ ਜਾਊ, ਇਸ ਜਗ੍ਹਾ ਚਲੇ ਜਾਓ, ਤੁਸੀਂ ਉੱਥੇ ਜਾ ਕੇ
ਤੁਹਾਡੇ ਕਾਰੋਬਾਰ ਠੀਕ ਹੋ ਜਾਣਗੇ, ਤਾਂ ਲੋਕ ਇੱਕਦਮ ਉਧਰ ਨੂੰ ਭੱਜ ਲੈਂਦੇ ਆ। ਐਸਾ ਹੀ ਸਮਾਂ ਭਗਤ ਕਬੀਰ ਹੋਣਾ ਦੇ ਸਮੇਂ ਸੀ, ਕਿਉਂਕਿ ਜਿਹੜੇ ਭਗਤਾਂ ਦੀ ਬਾਣੀ ਗੁਰਬਾਣੀ ਦੇ ਅੰਦਰ ਦਰਜ ਹੋਈ, ਇਹਨਾਂ ਕੋਲੇ ਤਾਂ ਇਹੋ ਹੀ ਉਪਦੇਸ਼ ਦਿੱਤਾ ਜਾਂਦਾ ਕਿ ਇਹ ਇਨਸਾਨ ਤੂੰ ਸੰਸਾਰ ਦੇ ਅੰਦਰ ਆਇਆ, 84 ਲੱਖ ਜੂਨ ਦੀ ਤੈਨੂੰ ਸਰਦਾਰੀ ਮਿਲੀ ਆ, ਇਹਦੇ ਚ ਰਹਿੰਦਾ ਰਹਿੰਦਾ ਪਰਮਾਤਮਾ ਦੀ ਬੰਦਗੀ ਕਰਦਾ ਹੋਇਆ, ਕਿਰਤ ਕਰਦਾ ਹੋਇਆ ਉਸ ਮਾਲਿਕ ਦੀ ਨਜ਼ਰ ਦਾ ਪਾਤਰ ਬਣ ਜਾ। ਇਹ ਔਖਾ ਲੱਗਦਾ ਲੋਕਾਂ ਨੂੰ ਕੰਮ। ਭਗਤ ਜੀ ਕਹਿੰਦੇ ਜੀ ਹੋਇਆ ਕਿ ਕਹਿੰਦੇ ਕਬੀਰ ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਵੀ ਜਿਹੜੇ ਪਾਸੇ ਵਿਦਵਾਨ ਲੋਕ ਜਾਂਦੇ ਉਹ ਕਹਿੰਦੇ ਜੀ ਇਹ ਤੀਰਥ ਤੇ ਚੱਲ ਜਾਓ, ਇਸ ਤੀਰਥ ਤੇ ਚੱਲ ਜਾਓ। ਲੋਕ ਫਟਾਫਟ ਧਰਮ ਦੇ ਕਰਮ ਕਾਂਡ ਕਰਨ ਨੂੰ ਬਹੁਤ ਜਲਦੀ ਤਿਆਰ ਰਹਿੰਦੇ, ਪਰ ਬੈਠ ਕੇ ਕੋਈ ਪ੍ਰਮਾਤਮਾ ਦਾ ਭਜਨ ਕਰਨ ਨੂੰ ਤਿਆਰ ਨਹੀਂ ਹੈ। ਸਾਡੇ ਕੋਲੇ ਕਹਿੰਦੇ ਜਿਹੜਾ ਰਸਤਾ ਸਾਡਾ ਇੱਕ ਅਬ ਘਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ, ਜਿਹੜੀ ਪ੍ਰਮਾਤਮਾ ਦੀ ਬੰਦਗੀ ਵਾਲੀ ਘਾਟੀ ਆ, ਇਹ ਔਖੀ ਆ। ਇਹ ਬੈਠ ਕੇ ਪ੍ਰਮਾਤਮਾ ਦਾ ਭਜਨ ਕਰਨਾ ਪੈਂਦਾ, ਸਤ ਸੰਤੋਖ ਦੇ ਅੰਦਰ ਰਹਿਣਾ ਪੈਂਦਾ, ਸਾਦੇ ਆਪਣੇ ਜੀਵਨ ਰੱਖਣੇ ਪੈਂਦੇ ਆ, ਹੱਕ ਸੱਚ ਦੀ ਕਮਾਈ ਤੇ ਖੜਨਾ ਪੈਂਦਾ। ਜਿਹੜੇ ਆਮ ਲੋਕ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਪਖੰਡ ਸ਼ੁਰੂ ਕੀਤਾ ਹੋਇਆ, ਉਧਰ ਲੋਕਾਂ ਨੂੰ ਬਹੁਤ ਸਾਰੇ ਛਲੇਵੇ ਕੀਤੇ ਜਾਂਦੇ ਆ। ਅੱਜ ਵੀ ਆਪਾਂ ਵੇਖ ਸਕਦੇ ਹਾਂ, ਹੁਣ ਤਾਂ ਸੋਸ਼ਲ ਮੀਡੀਆ ਦਾ ਯੁੱਗ ਆ, ਜਿਹਦੇ ਉੱਤੇ ਬੜਾ ਸਾਨੂੰ ਭਰਮਾਇਆ ਜਾ ਰਿਹਾ। ਆਹ ਕੰਮ ਕਰ ਲਓ ਜੀ ਆਏ ਹੋ ਜਾਊਗਾ, ਆਹ ਕਰ ਲਓ ਆਏ ਹੋ ਜਾਊਗਾ। ਸਾਡਾ ਡੋਲਿਆ ਹੋਇਆ ਮਨ ਪਰਮਾਤਮਾ ਦਾ ਭਜਨ ਕਰਨ ਤੋਂ ਤਾਂ ਦੂਰ ਆ, ਕਿਉਂਕਿ ਅਗਿਆਨਤਾ ਦਾ ਹਨੇਰਾ। ਜਿਹਦੇ ਬਾਰੋਂ ਪਾਤਸ਼ਾਹ ਸਮਝਾ ਰਹੇ ਆ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੇ ਬਿਰਥੀ ਘਾਲ ਨਾ ਜਾਈ, ਕਿ ਜਿਹੜੇ ਇਨਸਾਨ ਨੇ ਪਰਮੇਸ਼ਰ ਦਾ ਭਜਨ ਕੀਤਾ ਉਹਦੇ ਕਿਸੇ ਵੀ ਕਾਰਜ ਦੇ ਅੰਦਰ ਕੋਈ ਵਿਘਨ ਨਹੀਂ ਲੱਗੂਗਾ, ਤੇ ਉਹਦੀ ਕੋਈ ਘਾਲ ਕਮਾਈ ਕੀਤੀ ਬਿਰਥੀ ਨਹੀਂ ਜਾਊਗੀ। ਪਰ ਬਹੁਤ ਘੱਟ ਲੋਕ ਹੋਣਗੇ ਜਿਹੜੇ ਇਸ ਗੁਰੂ ਦੇ ਬਚਨਾਂ ਤੇ ਖੜਦੇ ਆ, ਨਹੀਂ ਤਾਂ ਸਾਨੂੰ ਜਿੱਧਰ ਮਰਜ਼ੀ ਕੋਈ ਭਰਮਾ ਕੇ ਲਈ ਫਿਰੇ। ਐਸਾ ਹੀ ਸਮਾਂ ਭਗਤ ਜੀ ਕਹਿੰਦੇ ਇਹ ਆ, ਜੇ ਪਾਸੇ ਪੰਡਤ ਗਏ, ਜਿਹੜੇ ਪਾਸੇ ਵਿਦਵਾਨ ਆਪ ਇਹ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਗਏ, ਪਾਛੇ ਪਰੀ ਬਹੀਰ, ਉਹਨਾਂ ਦੇ ਮਗਰ ਬਹੁਤ ਭੀੜਾਂ ਚੱਲ ਪਈਆਂ। ਇੱਕ ਅਬ ਘਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ, ਕਹਿੰਦੇ ਜਿਹੜਾ ਇਹ ਭਗਤੀ ਮਾਰਗ ਹੈ ਇਹ ਔਖੀ ਘਾਟੀ ਹੈ, ਜਿਹਦੇ ਤੇ ਅਸੀਂ ਚੱਲੇ ਹੋਏ ਆ। ਇਹਦੇ ਤੇ ਤਾਂ ਕਹਿੰਦੇ ਨਾ ਸਾਨੂੰ ਕੋਈ ਮੂਹਰੇ ਜਾਂਦਾ ਦੀਂਦਾ, ਨਾ ਸਾਨੂੰ ਕੋਈ ਪਿੱਛੇ ਆਉਂਦਾ ਦੀਂਦਾ। ਔਖੇ ਕੰਮ ਤੋਂ ਜੀਵ ਕਿਨਾਰਾ ਕਰਦੇ ਆ। ਸੱਚ ਦਾ ਜਿਹੜਾ ਉਪਦੇਸ਼ ਹੈ ਇਹ ਤੋਂ ਕਿਨਾਰਾ ਕਰਦੇ ਆ, ਤੇ ਦੁਨੀਆ ਭਰਮ ਜਾਲ ਦੇ ਅੰਦਰ ਵਿਚਾਰੀ ਭੱਜ ਕੇ ਭੀੜਾਂ ਦੀਆਂ ਭੀੜਾਂ ਅੱਜ ਵੀ ਬਹੁਤ ਆ। ਧਾਰਮਿਕ ਸਥਾਨਾਂ ਤੇ ਬੜੀਆਂ ਭੀੜਾਂ ਨੇ। ਇਸ ਕਰਕੇ ਸਾਰਾ ਇਹ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਹੋਇਆ। ਅੱਗੇ ਹੁਣ ਭਗਤ ਕਬੀਰ ਜੀ ਨੂੰ ਫਿਰ ਬੇਨਤੀ ਕਰ ਲਈ, ਕਹਿੰਦੇ ਜੀ ਰੱਬ ਦਾ ਨਾਮ ਜਪਣਾ ਤਾਂ ਬੜਾ ਸੌਖਾ, ਬਹੁਤਾ ਖਰਚਾ ਨਹੀਂ ਆਉਂਦਾ, ਘਰੇ ਬੈਠ ਕੇ ਜਪਿਆ ਜਾ ਸਕਦਾ, ਜਿਹਦੇ ਜਪਣ ਦੇ ਨਾਲ ਬਹੁਤ ਸਾਰੇ ਸੁੱਖ ਵੀ ਮਿਲਦੇ ਆ। ਪਰ ਲੋਕ ਇੱਕ ਪਾਸੇ ਨੂੰ ਕਿਉਂ ਘੱਟ ਤੁਰਦੇ ਆ? ਹੁਣ ਭਗਤ ਕਬੀਰ ਜੀ ਸਮਝਾ ਰਹੇ ਆ, ਕਹਿੰਦੇ ਕਬੀਰ ਦੁਨੀਆ ਕੇ ਦੋਖੇ ਮੁਆ, ਚਾਲਤ ਕੁਲ ਕੀ ਕਾਨ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੈ ਮਕਾਨ। ਕਹਿੰਦੇ ਜੀਵ ਨੂੰ ਆਪਣੀਆਂ ਉੱਚੀਆਂ ਕੁਲਾਂ ਦਾ ਕਈ ਵਾਰ ਹੰਕਾਰ ਪੈਦਾ ਹੋ ਜਾਂਦਾ, ਵੀ ਮੇਰੀ ਤਾਂ ਬੜੀ ਕੁਲ ਉੱਚੀ ਆ, ਮੈਂ ਤਾਂ ਬੜਾ ਸਿਆਣਾ, ਮੈਂ ਤਾਂ ਬੜਾ ਅਮੀਰ ਆ। ਇਸ ਕਰਕੇ ਕਈ ਵਾਰ ਇਹ ਪਰਮਾਤਮਾ ਦੇ ਭਜਨ ਕਰਨ ਵਾਲੇ ਪਾਸਿਓਂ ਆਪਦੀ ਹਾਨੀ ਮੰਨਦੇ ਆ, ਵੀ ਜੇ ਅਸੀਂ ਪਾਠ ਕਰਨਾ ਸ਼ੁਰੂ ਕਰਤਾ ਲੋਕ ਸਾਨੂੰ ਕੀ ਕਹਿਣਗੇ, ਜੇ ਅਸੀਂ ਸਿਮਰਨ ਕਰਨਾ ਸ਼ੁਰੂ ਕਰਤਾ ਲੋਕ ਲੱਜਾ ਆ ਜਾਂਦੀ ਆ ਜੀਵ ਦੇ ਅੰਦਰ। ਜਿੱਥੇ ਮਰਜ਼ੀ ਇਕੱਠ ਦੇ ਅੰਦਰ ਆਪਾਂ ਜਾ ਕੇ ਦੇਖ ਲਓ, ਉੱਥੇ ਤੁਸੀਂ ਗੱਲ ਕਰ ਲਓ, ਜੇ ਕਿਸੇ ਬੰਦੇ ਦਾ ਅਫਸੋਸ ਕਰਨ ਲੋਕ ਆਉਂਦੇ ਆ ਵੀ ਚਲੋ ਭਾਈ ਆਪਾਂ 10-15 ਮਿੰਟ ਵਾਹਿਗੁਰੂ ਦਾ ਸਿਮਰਨ ਕਰ ਲਈਏ,
ਜਾਣ ਵਾਲੇ ਬੰਦੇ ਨੂੰ ਸਹਾਈ ਹੋ ਜੋ। ਉੱਥੇ ਕਈ ਵਾਰ ਲੋਕ ਲੱਜਾ ਸਾਡੇ ਮੂਹਰੇ ਆ ਕੇ ਖੜ ਜਾਂਦੀ ਹੈ। ਭਾਵੇਂ ਬਾਣੀ ਅੰਦਰ ਪਾਤਸ਼ਾਹ ਨੇ ਗਿਆਨ ਦਿੱਤਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕਹਿੰਦੇ ਇਹ ਇਨਸਾਨ ਦੁਨੀਆ ਦੀ ਲੋਕ ਲੱਜਾ ਚ ਚੱਲਦਾ ਹੋਇਆ ਆਪਣੇ ਜੀਵਨ ਨੂੰ ਉੱਚੀਆਂ ਕੁਲਾਂ ਦਾ, ਆਪਦੀ ਅਮੀਰੀ ਦਾ ਪ੍ਰਭਾਵ ਦਿਖਾਉਂਦਾ ਆਪਣੇ ਜੀਵਨ ਦਾ ਜਿਹੜਾ ਬੇੜਾ ਉਹ ਖਰਾਬ ਕਰ ਲੈਂਦਾ, ਭਵ ਸਾਗਰ ਦੇ ਅੰਦਰ ਡਬੋ ਲੈਂਦਾ। ਕਹਿੰਦੇ ਇਹਨੂੰ ਇਸ ਗੱਲ ਦਾ ਪਤਾ ਨਹੀਂ, ਤਬ ਕੁਲ ਕਿਸ ਕਾ ਲਾਜ ਸੀ, ਜਬ ਲਿਹ ਧਰੈ ਮਸਾਨ। ਵੀ ਜਦੋਂ ਤੇਰੇ ਸਰੀਰ ਦਾ ਅੰਤ ਹੋ ਗਿਆ, ਤੇਰੀ ਕਿਹੜੀ ਕੁਲ ਰਹਿ ਜਾਣੀ ਹੈ? ਫਿਰ ਤਾਂ ਇੱਕੋ ਹੀ ਘਰ ਆ, ਮਸਾਣਾਂ ਦੇ ਅੰਦਰ ਸਾਰਿਆਂ ਦੇ ਸਰੀਰਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ। ਨਾ ਕੋਈ ਕੁਲ ਰਹੀ, ਨਾ ਜਾਤ ਰਹੀ, ਨਾ ਲੋਕ ਲੱਜਾ ਰਹੀ, ਸਗੋਂ ਇਹ ਸੰਸਾਰ ਦੀ ਜਿਹੜੀ ਲੋਕ ਲੱਜਾ ਇਹਨੇ ਦਬੋਤਾ। ਹੁਣ ਅਗਲੇ ਸ਼ਲੋਕ ਅੰਦਰ ਸਾਵਧਾਨ ਕਰ ਰਹੇ ਆ, ਕਹਿੰਦੇ ਕਬੀਰ ਡੂਬੋ ਗੇਰੇ ਵਾਪਰੇ, ਬਹੁ ਲੋਗਨ ਕੀ ਕਾਨ, ਪਾਰ ਉਸੀ ਕੇ ਜੋ ਹੁਆ, ਤੂੰ ਆਪਣੇ ਵੀ ਜਾਨ। ਭਗਤ ਜੀ ਕਹਿੰਦੇ ਇਨਸਾਨ ਆ ਲੋਕ ਲੱਜਾ ਦੇ ਅੰਦਰ ਚੱਲਦਾ ਲੋਕ ਲੱਜਾ ਦੇ ਅੰਦਰ ਚੱਲਦਾ ਤੂੰ ਪ੍ਰਮਾਤਮਾ ਦੀ ਭਜਨ ਬੰਦਗੀ ਤੋਂ ਟੁੱਟ ਗਿਆ। ਤੂੰ ਪ੍ਰਮਾਤਮਾ ਦੀ ਸੇਵਾ ਔਰ ਸਿਮਰਨ ਤੋਂ ਟੁੱਟਣ ਕਰਕੇ ਡੁੱਬੋਗੇ। ਕਬੀਰ ਡੁੱਬੋਗੇ ਰੇ ਵਾਪਰੇ, ਤੁਸੀਂ ਇਸ ਭਵ ਸਾਗਰ ਸੰਸਾਰ ਸਮੁੰਦਰ ਚ ਡੁੱਬ ਰਹੇ ਹੋ ਲੋਕ ਲੱਜਾ ਤੋਂ ਡਰਦੇ ਹੋਏ ਕਿ ਜੇ ਅਸੀਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਾਂਗੇ ਲੋਕ ਸਾਨੂੰ ਕੀ ਕਹਿਣਗੇ। ਜਿਹੜੇ ਕੰਮਾਂ ਦੀ ਲਾਜ ਮੰਨਣੀ ਆ ਉਹ ਤਾਂ ਜੀਵ ਮੰਨਦਾ ਨਹੀਂ। ਜਿਹੜੇ ਕੰਮਾਂ ਕਰਕੇ ਸਾਨੂੰ ਉਸ ਮਾਲਿਕ ਦੀ ਦਰਗਾਹ ਦੇ ਅੰਦਰ ਤੇ ਸੰਸਾਰ ਦੇ ਅੰਦਰ ਮੁੱਖ ਕਾਲਾ ਹੋਣਾ, ਉਹਨੂੰ ਤਾਂ ਬੜਾ ਉੱਚਾ ਹੋ ਕੇ ਕਰਦੇ ਆ। ਜਿਹੜੇ ਕੰਮ ਕਰਕੇ ਸਾਡੇ ਮਾਲਿਕ ਦੇ ਦਰਬਾਰ ਦੇ ਅੰਦਰ ਉਜਲਾ ਮੁਖ ਹੋਣਾ, ਜਿਹਨੂੰ ਹਰ ਰੋਜ਼ ਪੜ੍ਹਦੇ ਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਜਦੋਂ ਵਾਹਿਗੁਰੂ ਦਾ ਸਿਮਰਨ ਹੁੰਦਾ, ਕਈ ਜੀਵਾਂ ਦੀ ਜੀਵ ਨਹੀਂ ਖੁੱਲਦੀ ਉੱਚੀ ਬੋਲਣ ਨੂੰ। ਵੀ ਲੋਕ ਲੱਜਾ ਜੀ, ਵੀ ਜਦੋਂ ਉੱਚੀ ਉੱਚੀ ਚੁਗਲੀਆਂ ਕਰਦੇ ਹੋ, ਮੰਦੇ ਸ਼ਬਦ ਬੋਲਦੇ ਹੋ, ਐਸਾ ਕੰਮ ਮੂਲੇ ਨਾ ਕੀਤੇ, ਜਿਤ ਅੰਤ ਪਛੋਤਾਈ ਹੈ। ਉਦੋਂ ਫਿਰ ਲੋਕ ਲੱਜਾ ਕਿੱਧਰ ਗਈ? ਪਰ ਮਹਾਰਾਜ ਕਹਿੰਦੇ ਇਸ ਲੋਕ ਲੱਜਾ ਚ ਡੁੱਬ ਜਾਓਗੇ। ਕਬੀਰ ਡੁੱਬੋਗੇ ਰੇ ਵਾਪਰੀ, ਬਹੁ ਲੋਗਨ ਕੀ ਕਾਨ, ਖਿਆਲ ਰੱਖੀ ਪਾਰ ਉਸੀ ਕੇ ਜੋ ਹੁਆ, ਤੂੰ ਆਪਣੇ ਵੀ ਜਾਨ। ਜਿਵੇਂ ਤੇਰੇ ਆਂਢੀ ਗੁਆਂਢੀ ਤੇ ਮੌਤ ਦੇ ਮੂੰਹ ਦੇ ਅੰਦਰ ਪੈ ਕੇ ਸੰਸਾਰ ਤੋਂ ਚਲੇ ਗਏ, ਇੱਕ ਦਿਨ ਤੇਰੀ ਵੀ ਵਾਰੀ ਆਉਣੀ ਆ, ਜਦੋਂ ਤੇਰੇ ਤੇ ਜੀ ਇਹ ਭਾਣਾ ਵਾਪਰ ਜਾਣਾ। ਕਿਸੇ ਭੁਲੇਖੇ ਅੰਦਰ ਨਾ ਜੀਵਤ ਰਹਿ ਕਿ ਸ਼ਾਇਦ ਮੌਤ ਲੋਕਾਂ ਵਾਸਤੇ ਬਣੀ ਆ, ਜੋ ਤੇਰੇ ਗੁਆਂਢੀਆਂ ਦੇ ਹੋਇਆ ਤੇਰੇ ਵੀ ਭਾਣਾ ਵਰਤਣਾ। ਪਾਰ ਉਸੀ ਕੇ ਜੋ ਹੁਆ, ਤੂੰ ਆਪਣੇ ਵੀ ਜਾਨ। ਕਬੀਰ ਭਲੀ ਮਧੂਕਰੀ, ਨਾਨਾ ਵਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਭਗਤ ਕਬੀਰ ਜੀ ਸਮਝਾ ਰਹੇ ਆ, ਕਹਿੰਦੇ ਆ ਬਹੁਤ ਵੱਡੇ ਵੱਡੇ ਦਾਅਵੇ ਬੰਦਾ ਜੀ ਸੰਸਾਰ ਦੇ ਅੰਦਰ, ਮੇਰਾ ਘਰ, ਮੇਰੀਆਂ ਜ਼ਮੀਨਾਂ, ਮੇਰੀਆਂ ਜਾਇਦਾਦਾਂ, ਮੇਰੇ ਪਰਿਵਾਰ, ਬਹੁਤ ਦਾਅਵੇ ਬੰਦਾ। ਪਰ ਕਹਿੰਦੇ ਤੇਰੇ ਨਾਲੋਂ ਤਾਂ ਉਹ ਲੋਕ ਚੰਗੇ ਆ ਜਿਹੜੇ ਪ੍ਰਮਾਤਮਾ ਦਾ ਭਜਨ ਕਰਦੇ ਆ, ਕਿਸੇ ਚੀਜ਼ ਦੇ ਨਾਲ ਮੋਹ ਨਹੀਂ ਹੈ। ਉਹ ਲੋਕਾਂ ਦੇ ਘਰਾਂ ਤੋਂ ਮੰਗ ਕੇ ਮਧੂਕਰੀ ਭੋਜਨ ਛਕਦੇ ਆ ਤੇ ਵੱਖਰੇ ਵੱਖਰੇ ਤਰ੍ਹਾਂ ਦਾ ਘਰਾਂ ਦਾ ਅਨਾਜ ਛਕਦੇ ਆ, ਉਹ ਤੇਰੇ ਨਾਲੋਂ ਚੰਗੇ ਆ। ਕਬੀਰ ਭਲੀ ਮਧੂਕਰੀ, ਨਾਨਾ ਵਿਦ ਕੋ ਨਾਜ, ਕਿੰਨੇ ਤਰ੍ਹਾਂ ਦੇ ਘਰਾਂ ਤੋਂ ਮੰਗ ਕੇ ਨਾਜ ਖਾਂਦੇ ਆ, ਪਰ ਚੰਗੇ ਕਿਉਂ ਆ? ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਉਹਨਾਂ ਦਾ ਕਿਸੇ ਚੀਜ਼ ਦੇ ਨਾਲ ਮੋਹ ਨਹੀਂ ਹੈ ਕਿ ਆ ਮੇਰਾ ਘਰ, ਆ ਮੇਰੀ ਜ਼ਮੀਨ, ਇਹ ਮੇਰਾ ਪਰਿਵਾਰ। ਇਹ ਜਿਹੜੀ ਮੋਹ ਦੀ ਤੰਦੀ ਆ, ਇਹੀ ਜੀਵ ਨੂੰ ਤੰਗ ਕਰਦੀ ਆ ਤੇ ਇਹੀ ਵਾਰ-ਵਾਰ ਸਾਡਾ ਜੰਮਣ ਔਰ ਮਰਨ ਦਾ ਜਿਹੜਾ ਚੱਕਰ ਆ,
ਇਹਦੇ ਅੰਦਰ ਜੀਵ ਨੂੰ ਲੈ ਕੇ ਆਉਂਦੀ ਹੈ। ਅਗਲੇ ਸ਼ਲੋਕ ਦੇ ਅੰਦਰ ਹੁਣ ਵਿਸਤਾਰ ਨਾਲ ਸਮਝਾ ਰਹੇ ਆ, ਕਬੀਰ ਗਾਵੇ ਦਾਜਨ ਹੋਤ ਹੈ, ਨਿਰਗਾਵੇ ਰਹੇ ਨਿਸੰਕ, ਜੋ ਜਨ ਨਿਰਗਾਵੇ ਰਹੇ, ਸੋ ਗਨੇ ਇੰਦਰ ਸੋ ਰੰਕ। ਕਹਿੰਦੇ ਜੀਵ ਕੀ ਕਰਦਾ ਆਪਣੇ ਜੀਵਨ ਕਾਲ ਦੌਰਾਨ? ਇਹ ਬਹੁਤ ਸਾਰੀ ਜ਼ਮੀਨ ਖਰੀਦ ਲਈ, ਘਰ ਖਰੀਦ ਲਏ, ਸੰਸਾਰ ਦੇ ਪਦਾਰਥ ਖਰੀਦ ਲਏ। ਇਹਨਾਂ ਦੇ ਅੰਦਰ ਇਹਦੇ ਅੰਦਰ ਖਿਝ ਪੈਦਾ ਹੋ ਜਾਂਦੀ ਆ। ਉਦਾਹਰਨ ਦੇ ਤੌਰ ਤੇ ਜੇ ਕੋਈ ਬੰਦਾ ਜ਼ਮੀਨ ਖਰੀਦਦਾ, ਕਾਰਾਂ ਗੱਡੀਆਂ ਖਰੀਦਦਾ, ਘਰ ਖਰੀਦਦਾ, ਉਹਦੇ ਬਰਾਬਰ ਆ ਕੇ ਕੋਈ ਹੋਰ ਖਰੀਦਣੀਆਂ ਸ਼ੁਰੂ ਕਰ ਦੇਵੇ ਤਾਂ ਉਹ ਮਨ ਦੇ ਅੰਦਰ ਬਹੁਤ ਖਿਝਦਾ, ਇੰਨਾ ਖਿਝਦਾ ਕਿ ਇਹ ਤਾਂ ਮੈਂ ਖਰੀਦਣਾ ਸੀ ਘਰ ਬਈ, ਇਹ ਤਾਂ ਮੈਂ ਖਰੀਦਣੀ ਸੀ ਜ਼ਮੀਨ, ਮੇਰੇ ਵਰਗੀ ਕਾਰ ਨਹੀਂ ਕਿਸੇ ਕੋਲੇ ਚਾਹੀਦੀ, ਮੇਰੇ ਵਰਗਾ ਘਰ ਨਹੀਂ ਕਿਸੇ ਕੋਲੇ ਚਾਹੀਦਾ। ਉਹ ਸੁੱਖ ਦੇਣ ਦੀ ਜਗ੍ਹਾ ਉਹ ਚੀਜ਼ ਨੇ ਉਹਦੇ ਅੰਦਰ ਇੰਨੀ ਹਲਚਲ ਪੈਦਾ ਕਰਤੀ, ਮਨ ਇੰਨਾ ਸੜਨਾ ਸ਼ੁਰੂ ਹੋ ਗਿਆ, ਉਹਦੇ ਮਨ ਦੇ ਅੰਦਰ ਵਿਚਾਰਾਂ ਦਾ ਜ਼ਹਿਰ ਚੜ੍ਹਨਾ ਸ਼ੁਰੂ ਹੋ ਗਿਆ ਤੇ ਉਹ ਫਿਰ ਬਹੁਤ ਸਾਰੇ ਦਾਅਵੇ ਬਣਦਾ ਕਿ ਕਿਸੇ ਨਾ ਕਿਸੇ ਵਿਧੀ ਦੁਆਰਾ ਹੁਣ ਮੇਰੇ ਬਰਾਬਰ ਦਾ ਕੋਈ ਹੋਰ ਨਹੀਂ ਹੋਣਾ ਚਾਹੀਦਾ। ਦੂਸਰੇ ਪਾਸੇ ਨਿਰਦਾਵੇ ਰਹੇ ਨਿਸੰਕ, ਜਿਹੜੇ ਪ੍ਰਮਾਤਮਾ ਦੀ ਰਜ਼ਾ 'ਚ ਰਹਿਣ ਵਾਲੇ ਲੋਕ, ਜਿਹੜੇ ਇਹ ਕਹਿੰਦੇ ਆ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ, ਅਗੰਤ ਭਰੇ ਭੰਡਾਰ। ਉਹ ਕਿਸੇ ਚੀਜ਼ ਤੇ ਦਾਵਾ ਨਹੀਂ ਬੰਨ੍ਹਦੇ, ਜੋ ਪੂਰਬਲੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਮਿਲ ਰਿਹਾ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆ। ਤੇ ਜਿਹੜੇ ਬਿਲਕੁਲ ਹੀ ਸੰਸਾਰ ਦੇ ਇਹਨਾਂ ਪਦਾਰਥਾਂ ਤੋਂ ਵਿਰਾਗੀ ਹੋ ਕੇ ਪਰਮਾਤਮਾ ਦੇ ਨਾਮ ਦੇ ਅੰਦਰ ਰੰਗੀਆਂ ਜਾਂਦੀਆਂ ਰੂਹਾਂ, ਉਹ ਤਾਂ ਫਿਰ ਕਿਸੇ ਚੀਜ਼ ਤੇ ਆਪਣਾ ਦਾਅਵਾ ਹੀ ਨਹੀਂ ਬੰਨ੍ਹਦੇ। ਉਹ ਤਾਂ ਬਾਕੀ ਗੱਲਾਂ ਦੂਰ, ਆਪਣਾ ਪੰਜ ਭੌਤਿਕ ਸਰੀਰ ਆ ਇਹਨੂੰ ਵੀ ਆਪਣਾ ਨਹੀਂ ਸਮਝਦੇ। ਫਿਰ ਜਿਹੜੇ ਐਸੇ ਗੁਰਮੁਖ ਲੋਕ ਆ, ਜੋ ਜਨ ਨਿਰਦਾਵੇ ਰਹੇ, ਸੋ ਗਨੇ ਇੰਦਰ ਸੋ ਰੰਕ, ਜਿਹੜੇ ਕਿਸੇ ਵੀ ਚੀਜ਼ ਤੇ ਆਪਣਾ ਹੱਕ ਨਹੀਂ ਜਤਾਉਂਦੇ, ਉਹ ਫਿਰ ਇੰਨੇ ਨਿਰਭੈ ਹੋ ਕੇ ਜੀਵ ਜਿਉਂਦੇ ਆ। ਉਹ ਦੁਨੀਆ ਦੇ ਲੋਕ ਤਾਂ ਕੀ, ਜਿਹੜੇ ਇੰਦਰ ਵਰਗੇ ਰਾਜੇ ਆ ਸਵਰਗਾਂ ਦੇ, ਉਹਨਾਂ ਨੂੰ ਵੀ ਗਰੀਬ ਹੀ ਸਮਝਦੇ ਆ, ਕਿਉਂਕਿ ਉਹ ਮਨ ਕਰਕੇ ਇੰਨੇ ਨਿਰਭੈ ਹੋ ਜਾਂਦੇ ਆ। ਉਹਨਾਂ ਨੂੰ ਇਸ ਗੱਲ ਦਾ ਭੇਦ ਆ ਗਿਆ ਕਿ ਭਾਵੇਂ ਜਿੰਨਾ ਮਰਜ਼ੀ ਆ ਸੰਸਾਰ ਦਾ ਪਦਾਰਥ ਹੋਵੇ, ਬਿਨਾਂ ਪਰਮੇਸ਼ਰ ਦੀ ਭਗਤੀ ਤੋਂ ਨਾ ਸਾਡੇ ਮਨ ਨੂੰ ਸ਼ਾਂਤੀ ਆ ਤੇ ਨਾ ਅਸੀਂ ਇੱਕ ਨਵੇਂ ਪੈਸੇ ਦੀ ਜਿਹੜੀ ਚੀਜ਼ ਆ ਸੰਸਾਰ ਚੋਂ ਲਿਜਾ ਸਕਦੇ ਆ। ਉਹ ਸਾਰੀਆਂ ਚੀਜ਼ਾਂ 'ਚ ਇੱਕ ਮੁਸਾਫਰ ਵਾਂਗ, ਇੱਕ ਮਹਿਮਾਨ ਵਾਂਗ ਸੰਸਾਰ ਦੇ ਅੰਦਰ ਆਪਣੀ ਜ਼ਿੰਦਗੀ ਬਤੀਤ ਕਰਦੇ ਆ, ਕਿਸੇ ਚੀਜ਼ ਤੇ ਦਾਅਵਾ ਨਹੀਂ ਬੰਨ੍ਹਦੇ। ਦੁਖੀ ਕਿਹੜੀ ਗੱਲ ਕਰਦੀ ਆ, ਜਦੋਂ ਅਸੀਂ ਕਿਸੇ ਚੀਜ਼ ਤੇ ਬਹੁਤ ਵੱਡਾ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੰਦੇ ਆ। ਮਹਾਂਪੁਰਖਾਂ ਨੇ ਇੱਕ ਵਾਰ ਐਸਾ ਗਹਿਰਾ ਵਚਨ ਵੀ ਸਮਝਾਇਆ, ਕਹਿੰਦੇ ਇਨਸਾਨ ਕਈ ਵਾਰ ਇਹਦੇ ਦੁੱਖ ਦਾ ਕਾਰਨ ਕੀ ਹੈ ਕਿ ਇਹ ਆਪਣਾ ਜਿਹੜਾ ਪਰਿਵਾਰ ਆ, ਜਿਹੜੇ ਆਪਣੇ ਧੀਆਂ ਪੁੱਤਰ ਨੇ, ਉਹਨਾਂ ਤੇ ਵੀ ਬਹੁਤ ਵੱਡਾ ਦਾਅਵਾ ਬੰਨ੍ਹ ਕੇ ਰੱਖਦਾ ਕਿ ਇਹ ਮੇਰੇ ਨੇ, ਇਹ ਮੇਰੇ ਆਪਣੇ ਹੁਕਮ 'ਚ ਰਹਿਣ, ਮੇਰੇ ਅੰਡਰ ਚੱਲਣ। ਤੇ ਇੱਥੋਂ ਬਹੁਤ ਸਾਰਾ ਕਲੇਸ਼ ਸਾਡੇ ਘਰਾਂ ਦੇ ਅੰਦਰ ਸ਼ੁਰੂ ਹੋ ਜਾਂਦਾ। ਤੇ ਜਦੋਂ ਸਤਿਗੁਰ ਦੀ ਬਾਣੀ ਹੀ ਆਪਾਂ ਨੂੰ ਸਮਝਾਉਂਦੀ ਹੈ ਕਿ ਇਹ ਤਾਂ ਮੁਸਾਫਰ ਨੇ, ਤੇਰੇ ਹਮਸਫਰ ਨੇ, ਕਿਸੇ ਨੇ ਤੈਨੂੰ ਦੁੱਖ ਦੇ ਦੇਣਾ, ਕਿਸੇ ਨੇ ਤੇਰੇ ਲਈ ਸੁੱਖ ਬਣ ਜਾਣਾ। ਜਿਹੜੇ ਜੀ ਫਿਰ ਕਿਸੇ ਵੀ ਚੀਜ਼ ਤੇ ਨਿਰਦਾਵਾ ਨਹੀਂ ਬੰਨ੍ਹਦੇ ਕਿ ਮੇਰਾ, ਆਪਣੇ ਸਰੀਰ ਤੇ ਵੀ ਨਹੀਂ ਬੰਨ੍ਹਦੇ, ਉਹ ਫਿਰ ਇਹ ਜ਼ਿੰਦਗੀ ਦੇ ਇਮਤਿਹਾਨ ਚੋਂ ਪਾਸ ਹੋ ਜਾਂਦੇ ਆ। ਜੋ ਜਨ ਨਿਰਦਾਵੇ ਰਹੇ, ਗਨੇ ਇੰਦਰ ਸੋ ਰੰਕ, ਉਹ ਤਾਂ ਇੰਦਰ ਵਰਗੇ ਰਾਜਿਆਂ ਨੂੰ ਵੀ ਗਰੀਬ ਸਮਝਦੇ ਆ। ਫਿਰ ਬੇਨਤੀ ਕੀਤੀ, ਕਹਿੰਦੇ ਜੀ ਐਸੀ ਅਵਸਥਾ ਕਿਵੇਂ ਜੀਵ ਦੀ ਬਣੇ? ਇਹ ਤਾਂ ਵਿਚਾਰਾ ਭੋਲਾ, ਭੁੱਲ ਦੇ ਅੰਦਰ ਇਹ ਤਾਂ ਹਰੇਕ ਚੀਜ਼ ਨੂੰ ਆਪਣੀ ਸਮਝੀ ਬੈਠਾ। ਕਹਿੰਦੇ ਇਹਦੇ ਲਈ ਫਿਰ ਇੱਕ ਕੰਮ ਕਰਨਾ ਪਊਗਾ, ਤੁਹਾਨੂੰ ਪਰਮਾਤਮਾ ਦਾ ਨਾਮ ਰਸ ਪੀਣਾ ਪਊਗਾ, ਪਰਮਾਤਮਾ ਦਾ ਭਜਨ ਕਰਨਾ ਪਊਗਾ, ਜਿਹਦੇ ਨਾਲ ਮਨ ਨੂੰ ਮਨ ਦੀ ਖੁਰਾਕ ਜਦੋਂ ਮਿਲ ਗਈ
ਫੇਰ ਤੁਸੀਂ ਭਾਣਾ ਮੰਨਣ ਦੀ ਅਵਸਥਾ 'ਚ ਆ ਜਾਓਗੇ। ਜਿਹੜਾ ਸ਼ਬਦ ਆਪਾਂ ਆਮ ਸੁਣਦੇ ਹਾਂ ਜਦੋਂ ਕਿਸੇ ਦਾ ਭੋਗ ਹੁੰਦਾ, ਅੰਤਮ ਅਰਦਾਸ, ਜਿਸ ਕੀ ਬਸ ਸੋਈ ਲੈ ਜਾਏਗਾ, ਰੋਸ ਕਿਸੀ ਸੋ ਕੀਜੈ, ਗੁਰਮੁਖ ਹੋਵੇ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ। ਕਿਵੇਂ ਪੀਤਾ ਜਾਵੇ, ਕਿਵੇਂ ਭਾਣਾ ਮੰਨਣ ਦੀ ਜੀਵ ਅਵਸਥਾ 'ਚ ਆਵੇ, ਕਿਵੇਂ ਪ੍ਰਮਾਤਮਾ ਦੀ ਰਜਾ 'ਚ ਰਵੇ। ਭਗਤ ਜੀ ਨੂੰ ਕਹਿੰਦੇ ਤੁਸੀਂ ਕਿਵੇਂ ਇਸ ਅਵਸਥਾ 'ਚ ਪਹੁੰਚੇ। ਉਹ ਫਿਰ ਸਮਝਾ ਰਹੇ ਆ, ਕਹਿੰਦੇ ਕਬੀਰ ਪਾਲ ਸਮੂਹਾ ਸਰਬਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪਇਓ, ਭਰ ਭਰ ਪੀਓ ਕਬੀਰ। ਕਹਿੰਦੇ ਪਰਮੇਸ਼ਰ ਦੇ ਨਾਮ ਜਲ ਦੇ ਨਾਲ ਆ ਸਾਰਾ ਸੰਸਾਰ ਭਰਿਆ ਪਿਆ। ਜਿਵੇਂ ਬਹੁਤ ਸਾਰਾ ਮੀਂਹ ਪੈਣ ਤੋਂ ਬਾਅਦ ਜਿਹੜੇ ਛੱਪੜ ਆਦਿਕ ਨੇ, ਨਦੀਆਂ ਨਾਲੇ ਨੇ, ਇਹ ਭਰ ਜਾਂਦੇ ਆ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦਾ ਨਾਮ ਦੀ ਵਰਖਾ ਹੋ ਰਹੀ ਹੈ। ਪਰ ਹਰੇਕ ਜੀਵ ਨੂੰ ਭੇਦ ਨਹੀਂ ਆਉਂਦਾ। ਉਹ ਇੰਨਾ ਕੁਝ ਭੇੜੇ ਹੋਣ ਦੇ ਬਾਵਜੂਦ ਵੀ ਪ੍ਰਮਾਤਮਾ ਦੇ ਨਾਮ ਜਲ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਿਉਂਕਿ ਇਹ ਕਰਨ ਵਾਸਤੇ ਸਾਨੂੰ ਗਹਿਰੇ ਗਿਆਨ ਦੀ ਲੋੜ ਹੈ ਤੇ ਪ੍ਰਮਾਤਮਾ ਦੇ ਭਜਨ ਦੀ ਲੋੜ ਹੈ। ਭਗਤ ਕਬੀਰ ਜੀ ਨੂੰ ਪੁੱਛਿਆ, ਕਹਿੰਦੇ ਜੀ ਇੰਨੇ ਆਨੰਦ 'ਚ ਕਿਵੇਂ ਰਹਿੰਦੇ ਹੋ? ਉਹ ਕਹਿੰਦੇ ਪ੍ਰਮਾਤਮਾ ਨੇ ਸਾਡੇ ਮੁਖ ਨੂੰ ਇੱਕ ਪਿਆਲਾ ਲਾਇਆ ਹੋਇਆ, ਉਹ ਅਸੀਂ ਪੀ ਰਹੇ ਹਾਂ, ਉਹਦੇ 'ਚੋਂ ਨਾਮ ਦਾ ਰਸ। ਉਹ ਕਹਿੰਦੇ ਜੀ ਸਾਨੂੰ ਤਾਂ ਦਿਖਾਈ ਨਹੀਂ ਦਿੰਦਾ। ਉਹਨਾਂ ਨੇ ਫਿਰ ਗਹਿਰੀ ਇੱਥੇ ਵਿਚਾਰ ਸਮਝਾਈ, ਕਹਿੰਦੇ ਏਕ ਜੋ ਵਸਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਇੱਕ ਉਸ ਪਰਮਾਤਮਾ ਨੇ ਬੜੀ ਅਨੂਪ ਖੇਲ ਖੇਲੀ ਆ, ਆ ਪਾਉਣ ਦਾ ਪਿਆਲਾ, ਜਿਹੜੇ ਸਵਾਸਾਂ ਨਾਲ ਅਸੀਂ ਜੀਵਤ ਹਾਂ, ਇਹ ਸਾਡੇ ਮੁਖ ਨੂੰ ਲਾਇਆ ਹੋਇਆ। ਇਸ ਪਾਉਣ ਦੇ ਨਾਲ ਮਿਲਾ ਕੇ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ, ਜਪਦਿਆਂ ਇਹਦੇ ਚੋਂ ਪ੍ਰਮਾਤਮਾ ਦੇ ਨਾਮ ਦਾ ਰਸ ਪੈਣਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਗੁਰਮੁਖ ਲੋਕ ਮਿਹਨਤ ਕਰਦੇ ਆ, ਉਹਨਾਂ ਨੂੰ ਇਹਨਾਂ ਗੱਲਾਂ ਦਾ ਭੇਦ ਆ ਕਿ ਕਿਵੇਂ ਪ੍ਰਮਾਤਮਾ ਦਾ ਨਾਮ ਜਪ ਕੇ ਅਸੀਂ ਇਸ ਚੋਂ ਨਾਮ ਦੇ ਰਸ ਨੂੰ ਪੀਣਾ। ਏਕ ਜੋ ਵਸਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਉਹ ਕਹਿੰਦੇ ਸਾਡੇ ਮੁਖ ਨੂੰ ਪਾਉਣ ਦਾ ਪਿਆਲਾ, ਜਿਹੜੇ ਸਵਾਸਾਂ ਨਾਲ ਆਪਾਂ ਜੀਵਤਾਂ ਪਰਮੇਸ਼ਰ ਦਾ ਲਾਇਆ, ਦਿਖਾਈ ਨਹੀਂ ਦਿੰਦਾ। ਜਦੋਂ ਅਸੀਂ ਸਾਸ ਗਰਾਸ ਵਿਧੀ ਦੁਆਰਾ ਸਿਮਰਨ ਕਰਦੇ ਹਾਂ, ਫਿਰ ਸਾਡੇ ਤੇ ਕਿਰਪਾ ਹੁੰਦੀ। ਇਸ ਪਾਉਣ ਦੇ ਅੰਦਰ ਪ੍ਰਮਾਤਮਾ ਦਾ ਨਾਮ ਮਿਲਾ ਕੇ ਜਪਿਆ ਜਾਂਦਾ, ਉਦੋਂ ਫਿਰ ਇਹਦੇ ਚੋਂ ਰਸ ਆਉਣਾ ਸ਼ੁਰੂ ਹੁੰਦਾ। ਭਗਤ ਕਬੀਰ ਜੀ ਕਹਿੰਦੇ ਆਮ ਜੀਵਾਂ ਨੂੰ ਨਹੀਂ ਇਹਦਾ ਪਤਾ। ਕਬੀਰ ਪਾਲ ਸਮੂਹਾ ਸਰਬਰ ਭਰਾ, ਪੀ ਨਾ ਸਕੇ ਕੋਈ ਨੀਰ। ਕਹਿੰਦੇ ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪਈਓ। ਕਬੀਰ ਕਹਿੰਦੇ ਮੇਰੇ ਭਾਗ ਵੱਡੇ ਨੇ, ਮੈਂ ਇਸ ਮਾਲਕ ਦੇ ਪਿਆਲੇ ਚੋਂ ਜੋ ਮੁਖ ਦੇ ਨਾਲ ਲੱਗਿਆ ਹੋਇਆ, ਉਹ ਪ੍ਰਮਾਤਮਾ ਦੇ ਰਸ ਨੂੰ ਭਰ ਭਰ ਕੇ ਪੀ ਰਿਹਾ। ਜਿਹੜੇ ਜੀ ਫਿਰ ਇਸ ਅਵਸਥਾ 'ਚ ਆਉਣਾ ਸ਼ੁਰੂ ਹੋ ਜਾਂਦੇ ਆ, ਤਤ ਵਿਚਾਰ ਜੋ ਗੁਰਬਾਣੀ ਦੇ ਅੰਦਰ ਇਹ ਫਿਰ ਸਾਨੂੰ ਹੌਲੀ ਹੌਲੀ ਸੋਝੀ ਆਉਣੀ ਸ਼ੁਰੂ ਹੁੰਦੀ। ਜਿਉਂ ਆਪਾਂ ਪ੍ਰੈਕਟੀਕਲ ਕਰਦੇ ਜਾਵਾਂਗੇ, ਜੇ ਪ੍ਰੈਕਟੀਕਲ ਸਾਡਾ ਨਹੀਂ, ਨਾ ਸਾਨੂੰ ਪਾਉਣ ਦੇ ਪਿਆਲੇ ਦਾ ਪਤਾ ਲੱਗੇ, ਨਾ ਨਾਮ ਦੇ ਰਸ ਦਾ ਪਤਾ ਲੱਗੇ। ਝਿਮ ਝਿਮ ਅੰਮ੍ਰਿਤ ਵਰਸਦਾ, ਆ ਖਾਲੀ ਖਲਾ 'ਚ ਬਾਹਰ ਵੀ ਸਾਡੇ ਸਰੀਰ ਦੇ ਅੰਦਰ ਵੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਅਸੀਂ ਮਿਹਨਤ ਕਰਾਂਗੇ, ਫਿਰ ਸਾਨੂੰ ਇਹ ਪਿਆਲੇ ਤੋਂ ਪ੍ਰਮਾਤਮਾ ਦੇ ਨਾਮ ਦਾ ਰਸ ਦਾ ਸਵਾਦ ਆਉਣਾ ਸ਼ੁਰੂ ਹੋ ਜਾਊਗਾ। ਜੀ ਤੋਂ ਬਗੈਰ ਅਸੀਂ ਭਾਗਹੀਣ। ਰੋਜ਼ ਪੜ੍ਹਦੇ ਹਾਂ, ਜਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜਦੋਂ ਇਹ ਵਸਤੂ ਸਾਨੂੰ ਮਿਲਣੀ ਸ਼ੁਰੂ ਹੋ ਗਈ, ਭਾਗ ਵੱਡੇ ਤੈ ਪਾਇਓ, ਤੋ ਭਰ ਭਰ ਪੀਓ ਕਬੀਰ। ਆਓ ਫਿਰ ਨਾਲ ਦੀ ਨਾਲ ਆਪਾਂ ਪ੍ਰੈਕਟੀਕਲ ਕਰਦੇ ਚੱਲੀਏ। ਸਾਸ ਗਰਾਸ ਵਿਧੀ ਦੁਆਰਾ ਪੂਰੇ ਧਿਆਨ ਦੀ ਇਕਾਗਰਤਾ ਨੂੰ ਬਣਾ ਕੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੀਏ। ਸਾਡੇ ਮੁਖ ਦੇ ਨਾਲ ਵੀ ਜਿਹੜਾ ਪਾਉਣ ਦਾ ਪਿਆਲਾ ਲੱਗਿਆ ਹੋਇਆ,
ਇਹਦੇ ਚੋਂ ਅਸੀਂ ਸਵਾਸਾਂ ਦੇ ਨਾਲ ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ